आज एलजीबीटी की प्रधान बीबी जगीर कौर की तरफ से सचखंड श्री हरमंदिर साहिब में श्रद्धालुओं की बढ़ती हुई संख्या को देखते हुए एक बड़े जोड़ा घर का निर्माण करवाना आरंभ किया गया। इस जोड़ा घर के निर्माण की सेवा संत बाबा कश्मीर सिंह भूरी वालों द्वारा ली गई। निर्माण कार्य की खुदाई के समय पुरानी इमारतें बिखर गई, जिसकी खबर सुनते ही भाई बलदेव सिंह बंडाल अपने साथियों समेत वहां पहुंचे। परंतु भाई बलदेव सिंह बंडाला का ये कहना है कि उनके वहां पहुंचने पर श्रोमणी गुरुद्वारा प्रबंधक कमेटी के कार्यकर्ता और कार सेवा वालों के द्वारा उनके कार्यकर्ताओं के साथ धक्का मुक्की की गई और उनकी कृपानें भी छीन ली गई। बहुत आगे बहुत आगे। ਤੇ ਅੱਜ ਅਸੀਂ ਆਏ ਸੀਗੇ ਇੱਥੇ ਇੱਕ ਅਕਾਲ ਤਖਤ ਸਾਹਿਬ ਦੇ ਨਾਲ ਜੋੜਾ ਘਰ ਦੀ ਉਸਾਰੀ ਨਵੀਂ ਸ਼ੁਰੂ ਕੀਤੀ ਆ। ਔਰ ਜਦੋਂ ਖੁਦਾਈ ਕੀਤੀ ਗਈ ਪਹਿਲੀ ਗੱਲ ਤਾਂ 20-25-30 ਫੁੱਟ ਥੱਲੇ ਪੁੱਟਿਆ ਗਿਆ, ਲੋੜ ਨਹੀਂ ਸੀ। ਚਲੋ ਇਹ ਕਹਿੰਦੇ ਸਾਨੂੰ ਲੋੜ ਹੈ, ਪੁੱਟਿਆ ਗਿਆ। ਜਦੋਂ ਪੁੱਟਦੇ ਆ ਥੱਲੇੋਂ ਸੁਰਗਾਂ ਨਿਕਲਦੀਆਂ ਨੇ, ਪੁਰਾਤਨ ਵਿਰਾਸਤਾਂ ਨਿਕਲਦੀਆਂ ਨੇ, ਉਹਨਾਂ ਦਾ ਸਰਵੇਖਣ ਕਰਾਉਣਾ, ਸੰਗਤਾਂ ਨੂੰ ਦਰਸ਼ਨ ਕਰਾਉਣੇ, ਉਹਨਾਂ ਦਾ ਪੁਰਾਤਨ ਵਿਭਾਗ ਨੂੰ ਪੁੱਛਣਾ ਇਹਦਾ ਧਾਰਮਿਕ ਤੌਰ ਤੇ ਸਾਡਾ ਸੁਰੱਖਿਆ ਤੌਰ ਤੇ ਕੀ ਸੰਬੰਧ ਸੀਗੇ, ਉਹ ਸਾਂਭ ਕੇ ਰੱਖ ਕੇ ਵੀ ਤਾਂ ਇੱਥੇ ਬੇਸਮੈਂਟ ਬਣ ਸਕਦੀ ਸੀ, ਨਾ ਕਿ ਚੋਰੀ ਤੋੜ ਕੇ ਦੱਬ ਕੇ। ਉਲਟਾ ਜੇ ਅਸੀਂ ਪੁੱਛ ਹੀ ਬੈਠੇ ਆ ਤੇ ਸਾਨੂੰ ਧੱਕੇ ਇੱਟੇ ਰੋੜੇ ਤੱਕ ਕਿਰਪਾਨਾਂ ਸਾਡੀਆਂ ਹੱਥਾਂ 'ਚੋਂ ਖੋਲੀਆਂ। ਅਸੀਂ ਕਿਹੜੀਆਂ ਮਾਰਨ ਵਾਸਤੇ ਇਹਨਾਂ ਨੂੰ ਆਏ ਸੀਗੇ। ਫਿਰ ਅਪ ਸ਼ਬਦ ਬੋਲੇ ਗਏ, ਸਾਨੂੰ ਕਰਨਾ ਵੀ ਆਉਂਦਾ ਹੈ, ਸਾਨੂੰ ਆਹ ਵੀ ਕਰਨਾ ਆਉਂਦਾ ਹੈ। ਪਰ ਪੁਲਿਸ ਪ੍ਰਸ਼ਾਸਨ ਨੇ ਆ ਕੇ ਇੱਥੇ ਜਿਹੜੀ ਆਪਣੀ ਜ਼ਿੰਮੇਵਾਰੀ ਨਿਭਾਈ। ਉਹਨਾਂ ਕੋ 2-3 ਦਿਨ ਲਈ ਉਹਨਾਂ ਕਿਹਾ ਵੀ ਇਹਨੂੰ ਸੀਲ ਕਰੋ, ਇੱਥੇ ਕੋਈ ਕੰਮ ਨਹੀਂ ਹੋਊਗਾ ਉਹਨਾਂ ਚਿਰ ਜਿੰਨਾ ਚਿਰ ਇੱਥੇ ਦਾ ਨਕਸ਼ਾ ਐਗਰੀਮੈਂਟ ਇੱਥੇ ਦੀ ਇਮਾਰਤ ਕੀ ਸੀ ਬਣ ਕੀ ਰਿਹਾ ਹੈ ਉਹ ਸਾਰਾ ਜਨਤਕ ਸੰਗਤਾਂ ਦੇ ਸਾਹਮਣੇ ਕਰਨ ਤੋਂ ਬਾਅਦ ਸੇਵਾ ਸ਼ੁਰੂ ਹੋਈ। ਬੰਡਾਲਾ ਜੀ ਜੋ ਹੁਣ ਵੇਖੋ ਪ੍ਰਸ਼ਾਸਨ ਪੈ ਚੁੱਕਾ, ਤੁਹਾਡੀ ਸੰਤੁਸ਼ਟੀ ਹੈ ਹੁਣ? ਹਾਂਜੀ ਹਾਂਜੀ। ਵੇਖੋ ਜੀ, ਸੰਤੁਸ਼ਟੀ ਉਦੋਂ ਹੋਣੀ ਆ ਜਦੋਂ ਪ੍ਰਸ਼ਾਸਨ ਜੋ ਅਸੀਂ ਕਹਿ ਰਹੇ ਆ ਨਕਸ਼ਾ ਪਹਿਲਾਂ ਕੀ ਸੀ, ਬਣਾਉਣਾ ਕੀ ਹੈ, ਲੁਕਾਇਆ ਕਿਉਂ ਗਿਆ, ਜਨਤਕ ਕਿਉਂ ਨਹੀਂ ਕੀਤਾ, ਬਾਬਿਆਂ ਨਾਲ ਸ਼੍ਰੋਮਣੀ ਕਮੇਟੀ ਦੇ ਕੀ ਐਗਰੀਮੈਂਟ ਨੇ, ਇਹ ਸਾਹਮਣੇ ਆਉਣ ਤੋਂ ਬਾਅਦ ਸਾਡੀ ਖੁਲਾਸੀ ਹੋਣੀ। ਇਦਾਂ ਨਹੀਂ ਅਜੇ ਸਿਰਫ ਰੋਕੇ ਆਇਆ। ਪੂਰੀ ਨਿਗਾਹ ਰੱਖੋਗੇ ਇਹਦੇ ਉੱਤੇ? ਬਿਲਕੁਲ ਰੱਖਾਂਗੇ। ਚਲੋ ਚੱਲੀਏ ਜੀ। ਜੀ ਇੱਥੇ ਖੁਦਾਈ ਚੱਲ ਰਹੀ ਸੀਗੀ। ਐਸਜੀਪੀਸੀ ਤੇ ਹੋਰ ਧਾਰਮਿਕ ਜਥੇਬੰਦੀਆਂ ਵੱਲੋਂ ਇਸ ਸੰਬੰਧੀ ਗੱਲਬਾਤ ਕੀਤੀ ਗਈ ਤੇ ਸਾਰੀ ਹੀ ਜਥੇਬੰਦੀਆਂ ਨੇ ਮਿਲ ਕੇ ਸਾਨੂੰ ਪ੍ਰਸ਼ਾਸਨ ਨੂੰ ਆਸ਼ਵਾਸਨ ਦਿੱਤਾ ਕਿ ਇੱਦਾਂ ਦਾ ਕੋਈ ਵੀ ਕਾਰਵਾਈ ਨਹੀਂ ਹੋਏਗੀ ਜਿਹਦੇ ਵਿੱਚ ਕਿਸੇ ਵੀ ਧਾਰਮਿਕ ਜਥੇਬੰਦੀ ਦੀ ਕੋਈ ਭਾਵਨਾ ਆਹਤ ਹੋਏਗੀ ਤੇ ਸਭ ਨੇ ਡਿਊ ਪ੍ਰੋਸੈਸ ਦੇ ਵਿੱਚ ਹੀ ਕਾਨੂੰਨ ਦੀ ਧਾਰਾ ਦੇ ਵਿੱਚ ਹੀ ਇਹ ਸਾਰਾ ਕੰਮ ਕਰੂੰਗੇ, ਜੋ ਵੀ ਉਸਾਰੀ ਦਾ ਕੰਮ ਚੱਲੇਗਾ। ਇੱਥੇ ਜੀ ਖੁਦਾਈ ਦੇ ਵਿੱਚ ਕੁਝ ਜੋ ਸਾਨੂੰ ਧਿਆਨ ਚ ਆਇਆ ਕਿ ਕੁਝ ਸੁਰੰਗਾਂ ਨਿਕਲੀਆਂ ਨੇ ਤੇ ਉਹ ਅਸੀਂ ਦੇਖਣਾ ਚਾਹੁੰਦੇ ਹਾਂ ਕਿ ਉਹ ਆਰਕੀਓਲੋਜੀਕਲੀ ਤੇ ਰਿਲੀਜੀਅਸਲੀ ਉਹਦੀ ਕੀ ਵੈਲਿਊ ਹੈ ਤੇ ਉਹ ਜੋ ਵੀ ਦੇ ਵਿੱਚੋਂ ਜੇ ਕੁਝ ਮਿਲਦਾ ਹੈ, ਕੋਈ ਵੈਲਿਊਏਬਲ ਚੀਜ਼ ਮਿਲਦੀ ਹੈ तो ਉਹਦਾ ਪ੍ਰੋਪਰ ਪ੍ਰੋਸੈਸ ਦੇ ਨਾਲ ਹੀ ਉਹ ਜਨਤਾ ਦੇ ਵਿੱਚ ਸਾਹਮਣੇ ਆਵੇ। ਇਸ ਵਕਤ ਜੀ ਇਮੀਡੀਏਟਲੀ ਇੱਥੇ ਕੰਸਟਰਕਸ਼ਨ ਸਟਾਪ ਕਰ ਲਈ ਗਈ ਹੈ। ਸਾਰੇ ਜਥੇਬੰਦੀਆਂ ਨੇ ਤੇ ਐਸਜੀਪੀਸੀ ਵੱਲੋਂ ਸਾਨੂੰ ਆਸ਼ਵਾਸਨ ਦਿੱਤਾ ਗਿਆ ਕਿ ਅਸੀਂ ਨਹੀਂ ਕਰ ਰਹੇ। ਇੱਕ ਡਿਊ ਪ੍ਰੋਸੈਸ ਨਾਲ ਮੀਟਿੰਗ ਹੋਏਗੀ ਜੀ, ਉਸ ਤੋਂ ਬਾਅਦ ਹੀ ਫਰਦਰ ਕੋਈ ਐਕਸ਼ਨ ਹੋਏਗਾ। ਦੇਖੋ, ਇਹ ਸ੍ਰੀ ਗੁਰੂ ਰਾਮਦਾਸ ਸਾਰਾ ਕੰਪਲੈਕਸ ਜਿਹੜਾ ਹੈ ਵੱਡਾ ਸ਼ਹਿਰ ਹੈ ਸ੍ਰੀ ਅੰਮ੍ਰਿਤਸਰ ਸਾਹਿਬ, ਔਰ ਇਹ ਜਿਉਂ-ਜਿਉਂ ਵਾਸਟ ਹੋਏਗਾ ਤਿਉਂ ਤੋਂ ਜਦੋਂ ਕਈ ਵਾਰੀ ਕੋਈ ਖੋਦਦੇ ਆ ਚੀਜ਼ ਤਾਂ ਥੱਲਿਓਂ ਕੋਈ ਬਿਲਡਿੰਗਸ ਨਿਕਲਦੀਆਂ। ਇਹ ਪੁਰਾਣੀਆਂ ਬਿਲਡਿੰਗਸ ਜਿਹੜੀਆਂ ਜਦੋਂ ਸੜਕਾਂ ਬਣੀਆਂ ਉਹਦੇ ਥੱਲੇ ਆ ਗਈਆਂ, ਜਦੋਂ ਕੋਈ ਵਿਹੜੇ ਬਣੇ ਉਹਦੇ ਥੱਲੇ ਆ ਗਈਆਂ। ਉਹ ਜਦੋਂ ਖੋਦ ਰਹੇ ਸਾਂ ਤੇ ਇੱਕ ਬਿਲਡਿੰਗ ਥੱਲੇ ਨਿਕਲੀ ਹੈ, ਪਰ ਉਹ ਬਿਲਡਿੰਗ ਦੇਖਦਿਆਂ ਸਾਰੀ ਅਸੀਂ ਉੱਥੋਂ ਕੰਮ ਬੰਦ ਕਰਕੇ ਦੂਜੇ ਪਾਸੇ ਕੰਮ ਸ਼ੁਰੂ ਰੱਖਿਆ ਤੇ ਨਾਲ ਹੀ ਅਸੀਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਕਿਹਾ ਕਿ ਜਿਹੜਾ ਆਰਕੋਲੋਜੀ ਡਿਪਾਰਟਮੈਂਟ ਹੈ ਉੱਥੋਂ ਕੋਈ ਆਰਕਾਈਵਸ ਐਕਸਪਰਟ ਜਿਹੜੇ ਬੁਲਾਏ ਜਾਣ ਔਰ ਇਸ ਬਿਲਡਿੰਗ ਦੀ ਪੂਰੀ ਪੜਤਾਲ ਕੀਤੀ ਜਾਵੇ ਕਿ ਇਹ ਬਿਲਡਿੰਗ ਕੀ ਹੈ, ਕੀ ਇਹ ਕਿਸੇ ਦਾ ਘਰ ਸੀ, ਕੋਈ ਇਹ ਲਾਂਘਾ ਹੈ ਜਾਂ ਕੀ ਬਣਿਆ ਹੋਇਆ। ਕਿਉਂਕਿ ਪੁਰਾਣੇ ਸਮੇਂ 'ਚ ਜਿਹੜੀ ਡਾਟਾ ਲੱਗ ਕੇ ਸਾਰੇ ਦਰਵਾਜ਼ੇ ਬਣਦੇ ਸੀ, ਉਸੇ ਤਰ੍ਹਾਂ ਦੀ ਸ਼ੇਪ ਦੀ ਉਹ ਬਿਲਡਿੰਗ ਬਣੀ ਹੋਈ ਹੈ। ਹੁਣ ਕਿਉਂਕਿ ਅਸੀਂ ਵੀ ਐਕਸਪਰਟਸ ਜਿਹੜੇ ਮੰਗਾਏ ਆ, ਹਿਸਟੋਰੀਅਨ ਵੀ ਮੰਗਾਏ ਲਏ ਹੈ ਔਰ ਜਿਨ੍ਹਾਂ ਨੇ ਰਿਸਰਚ ਕੀਤੀ ਹੋਈ ਹੈ ਸ੍ਰੀ ਹਰਿਮੰਦਰ ਸਾਹਿਬ ਦੇ ਉੱਤੇ, ਸ੍ਰੀ ਦਰਬਾਰ ਸਾਹਿਬ ਦੇ ਉੱਤੇ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਉੱਤੇ, ਉਹ ਸਾਰੇ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚੋਂ
ਜਿੱਦਾਂ ਡਾਕਟਰ ਰਾਵਲ ਜੀ, ਦੂਸਰੇ ਜਿਨ੍ਹਾਂ ਨੇ ਇੱਥੋਂ ਸਾਰੀ ਰਿਸਰਚ ਕੀਤੀ ਹੈ, ਉਹਨਾਂ ਨੂੰ ਵੀ ਬੁਲਾ ਲਿਆ ਕਿ ਤੁਸੀਂ ਇਹਦਾ ਸਾਰੀ ਪੜਤਾਲ ਕਰੋ ਕਿ ਇਹ ਬਿਲਡਿੰਗ ਆਇਆ ਕੋਈ ਗੁਰੂ ਰਾਮਦਾਸ ਦੇ ਇਸ ਪਵਿੱਤਰ ਅਦਾਰੇ ਨਾਲ ਸੰਬੰਧਿਤ ਹੈ ਕਿ ਇਹ ਸਧਾਰਨ ਕੋਈ ਘਰ ਬਣੇ ਹੋਏ ਹੈ ਜਾਂ ਕੋਈ ਪਹਿਲੀ ਪੁਰਾਣੀ ਬਿਲਡਿੰਗ ਬਣੀ ਹੋਈ ਹੈ। ਜੇ ਕੋਈ ਐਸੀ ਸਾਡੀ ਕੋਈ ਹਿਸਟੋਰੀਅਨ ਗੱਲ ਕਰਦੇ ਹੈ, ਅਸੀਂ ਇਹਨੂੰ ਪੂਰੀ ਪ੍ਰੀਜ਼ਰਵ ਕਰਾਂਗੇ, ਪੂਰੇ ਮੇਨਟੇਨ ਕਰਾਂਗੇ ਔਰ ਫਿਰ ਉਸੇ ਤਰ੍ਹਾਂ ਵਰਤੋਂ ਵਿੱਚ ਲਿਆਵਾਂਗੇ, ਕਿਉਂਕਿ ਭਾਵੇਂ ਅਸੀਂ ਕਿਸੇ ਇਮਾਰਤਾਂ ਨਾਲ ਨਹੀਂ ਜੁੜੇ ਪਰ ਫਿਰ ਵੀ ਪੁਰਾਤਨ ਯਾਦਾਂ ਜੇ ਸਾਡੀਆਂ ਕੋਈ ਹੋਣਗੀਆਂ ਉਹਨਾਂ ਨੂੰ ਸਾਂਭ ਲੈਣਾ ਸਾਡਾ ਫਰਜ਼ ਬਣਦਾ ਹੈ। ਇਸ ਕਰਕੇ ਅਸੀਂ ਇਮੀਡੀਏਟ ਉੱਥੋਂ ਕੰਮ ਬੰਦ ਕਰਕੇ ਨਾਲ ਹੀ ਅਸੀਂ ਡਿਪਟੀ ਕਮਿਸ਼ਨਰ ਸਾਹਿਬ ਨੂੰ, ਪੂਰੇ ਪ੍ਰਸ਼ਾਸਨ ਨੂੰ ਕਿਹਾ ਔਰ ਚੰਡੀਗੜ੍ਹ ਉਹਨਾਂ ਨੇ ਮੈਸੇਜ ਦਿੱਤਾ ਹੋਇਆ, ਉਹ ਡਿਪਾਰਟਮੈਂਟ ਦੇ ਆਣਗੇ, ਉਹ ਪੁਰਾਤਨਤਾ ਦੀ ਦੇਖਣਗੇ ਵੀ ਹੈ ਕੀ ਹੈ, ਕਿਹੜੀ ਬਿਲਡਿੰਗ ਹੈ, ਆਇਆ ਇਹ ਸਾਡੇ ਨਾਲ ਇਸ ਅਦਾਰੇ ਨਾਲ ਸੰਬੰਧਿਤ ਹੈ ਕਿ ਬਾਹਰਲੀ ਕੋਈ ਬਿਲਡਿੰਗ ਹੈ, ਉਹ ਸਾਰਾ ਕੁਝ ਦੇਖ ਕੇ ਉਹਦੀ ਪੜਤਾਲ ਕੀਤੀ ਜਾਏਗੀ। ਜਿਹੜਾ ਅਪੋਜ਼ ਕੀਤਾ ਗਿਆ ਕੱਲ ਚਲੋ ਉਹਨਾਂ ਦੀ ਆਦਤ ਹੁੰਦੀ ਜੀ। ਦੇਖੋ ਮੇਰੀ ਬੇਨਤੀ ਹੈ ਜੀ, ਕੁਝ ਲੋਕਾਂ ਦੀ ਆਦਤ ਹੁੰਦੀ ਹੈ, ਕਿਉਂਕਿ ਗਲਿਆਰਾ ਜਦੋਂ ਬਣਿਆ ਉਦੋਂ ਮਿੱਟੀ ਵੀ ਪਈ, ਬਿਲਡਿੰਗਾਂ ਵੀ ਥੱਲੇ ਆਈਆਂ। ਕੁਝ ਲੋਕਾਂ ਦੀ ਆਦਤ ਹੁੰਦੀ ਹੈ ਬਿਨਾਂ ਮਤਲਬ ਤੋਂ ਆ ਕੇ ਆਪਣਾ ਉੱਥੇ ਆ ਕੇ ਸ਼ਰਾਰਤਾਂ ਕਰਨੀਆਂ, ਨਹੀਂ ਕਰਨੀਆਂ ਚਾਹੀਦੀਆਂ, ਨਹੀਂ ਕਰਨੀਆਂ ਚਾਹੀਦੀਆਂ, ਕਿਉਂਕਿ ਅਸੀਂ ਵੀ ਉਸ ਥਾਂ ਦੇ ਕਸਟੋਡੀਅਨ ਹਾਂ। ਇਹ ਗੁਰੂ ਰਾਮਦਾਸ ਦਾ ਘਰ ਹੈ, ਇਹ ਕਿਸੇ ਦੀ ਇਹ ਕੋਈ ਸ਼ਾਮਲਟ ਨਹੀਂ ਕਿ ਜਿਹੜਾ ਮਰਜ਼ੀ ਜੋ ਇੱਥੇ ਆ ਕੇ ਬੋਲੀ ਜਾਵੇ, ਜੋ ਮਰਜ਼ੀ ਕਰੀ ਜਾਵੇ। ਅਸੀਂ ਉਹਦੇ ਕਸਟੋਡੀਅਨ ਹੈ। ਕਸਟੋਡੀਅਨ ਮੀਨਸ ਅਸੀਂ ਉਹਦੇ ਸੇਵਾਦਾਰ ਹੈ, ਅਸੀਂ ਸੇਵਾ ਸੰਭਾਲ ਵਿੱਚ ਲੱਗੇ ਹੋਏ ਹਾਂ। ਜੇ ਉੱਥੇ ਕੋਈ ਕਿਸੇ ਕਿਸਮ ਦੀ ਕੋਈ ਲੋੜ ਹੈ, ਅਸੀਂ 24 ਘੰਟੇ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਹਾਜ਼ਰ ਹਾਂ, ਅਸੀਂ ਉਹਨੂੰ ਕਰਾਂਗੇ। ਬਾਕੀ ਮੇਰੀ ਬੇਨਤੀ ਹੈ ਕਿ ਹਰ ਥਾਂ ਦੇ ਉੱਤੇ ਆ ਕੇ ਕੋਈ ਸ਼ਰਾਰਤਾਂ ਨਹੀਂ ਕਰਨੀਆਂ ਚਾਹੀਦੀਆਂ। ਹਰ ਥਾਂ ਦੇ ਉੱਤੇ ਆ ਕੇ ਜਦੋਂ ਕੰਮ ਹੋ ਰਿਹਾ ਹੈ, ਜਦੋਂ ਅਸੀਂ ਆਪ ਪੜਤਾਲ ਕਰ ਰਹੇ ਹਾਂ, ਤੇ ਉਹਨਾਂ ਨੂੰ ਕੀ ਲੋੜ ਹੁੰਦੀ ਕਿ ਆ ਕੇ ਜਾਣ ਕੇ ਕਿੰਤੂ ਪਰੰਤੂ ਕਰਕੇ ਉਸ ਥਾਂ ਦੀ ਬਦਨਾਮੀ ਸਗਾ ਕਰਨੀ ਹੈ। ਕਿ ਗੁਰੂ ਘਰ ਦੀ ਬਖਸ਼ਿਸ਼ ਲੈਣੀ ਹੈ, ਗੁਰੂ ਘਰ ਦੀ ਨਿੰਦਾ ਕਰਕੇ ਜਾਂ ਗੁਰੂ ਘਰ ਦੇ ਸੇਵਾਦਾਰਾਂ ਦੀ ਨਿੰਦਾ ਕਰਕੇ ਸਾਨੂੰ ਕੁਝ ਨਹੀਂ ਮਿਲਣਾ। ਮੈਂ ਭਾਈ ਬਲਦੇਵ ਸਿੰਘ ਜਾਂ ਕੋਈ ਨੂੰ ਵੀ ਬੇਨਤੀ ਕਰਾਂਗੀ ਕਿ ਕਦੀ ਆ ਕੇ ਇਹੋ ਜਿਹੀਆਂ ਸ਼ਰਾਰਤਾਂ ਨਾ ਕਰਿਆ ਕਰੋ, ਜਿਹਦੇ ਨਾਲ ਤੁਸੀਂ ਚਾਹੁੰਦੇ ਤੇ ਇਹ ਹੋ ਕਿ ਸਾਡਾ ਨਾਂ ਚਮਕੇ, ਪਰ ਸਗਾ ਤੁਹਾਡੀ ਇਸ ਗੱਲ ਦੀ ਬਦਨਾਮੀ ਹੁੰਦੀ ਹੈ ਕਿ ਜਿਸ ਘਰ 'ਚੋਂ ਤੁਸੀਂ ਰੋਟੀ ਖਾਧੀ ਹੈ, ਜਿਸ ਘਰ 'ਚੋਂ ਤੁਸੀਂ ਬੱਚੇ ਪਾਲੇ ਹੈ, ਜਿਸ ਘਰ ਤੋਂ ਤੁਸੀਂ ਸਾਬਕਾ ਰਾਗੀ ਸ੍ਰੀ ਦਰਬਾਰ ਸਾਹਿਬ ਕਹਾਇਆ, ਸਾਰੀ ਜ਼ਿੰਦਗੀ ਉੱਥੋਂ ਦੀ ਬਖਸ਼ਿਸ਼ ਲਈ ਹੈ, ਅੱਜ ਗੁਰੂ ਰਾਮਦਾਸ ਦੇ ਦਰ ਦੀ ਤੁਸੀਂ ਜੇ ਉੱਥੇ ਬਦਨਾਮੀ ਕਰਨ ਦੀ ਤੁਲੋਗੇ ਜਾਂ ਕੋਈ ਗੱਲ ਘਾਟੇ ਦੀ ਕਰੋਗੇ, ਮੈਂ ਸਮਝਦੀ ਕੋਈ ਸੋਹਣਾ ਨਹੀਂ ਲੱਗਦਾ। ਕੁਝ ਜਥੇਬੰਦੀਆਂ ਵੱਲੋਂ ਇਹ ਕਿਹਾ ਜਾਂਦਾ ਜੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਰਬਾਰ ਸਾਹਿਬ ਦੀ ਦਿੱਖ ਨੂੰ ਖਰਾਬ ਕਰ ਰਹੀਆਂ ਨੇ। ਆਟਾ ਮੰਡੀ ਸਾਈਡ ਹੋ ਗਈ, ਘੰਟਾ ਘਰ ਵਾਲੀ ਡਿਊਟੀ ਵਾਲੀ ਸਾਈਡ ਹੋ ਗਈ, ਉਸ ਦੀ ਉਹਦਾ ਜਿਹੜਾ ਨਵੀਨੀਕਰਨ ਕੀਤਾ ਜਾ ਰਿਹਾ, ਉਹ ਜਿਹੜੀ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਕੋਈ ਵੀ ਅਦਾਰੇ ਹੈ ਉਹਨਾਂ 'ਚ ਵਾਧੇ ਵੀ ਹੋਣੇ ਆ। ਜੇ ਸਰਾਵਾਂ ਨੇ, ਸਰਾਵਾਂ ਵਧਾਉਣੀਆਂ ਵੀ ਪੈਣਗੀਆਂ। ਸੰਗਤਾਂ ਦੀ ਆਮਦ ਅੱਜ ਲੱਖਾਂ 'ਚ ਹੋ ਗਈ ਹੈ, ਰੋਜ਼ ਲੱਖਾਂ ਲੋਕ ਜਦੋਂ ਸ਼ਰਧਾਲੂ ਆਉਂਦੇ ਹੈ, ਉਹ ਸਾਡੇ ਕੋਲੋਂ ਉੱਥੇ ਲੰਗਰ ਵੀ ਚਾਹੁੰਦੇ ਹੈ ਵਧੀਆ ਹੋਣ, ਉੱਥੇ ਰਿਹਾਇਸ਼ ਵੀ ਵਧੀਆ ਹੋਵੇ, ਉੱਥੇ ਦਾ ਐਟਮੋਸਫੇਅਰ ਵੀ ਵਧੀਆ ਹੋਵੇ, ਉੱਥੇ ਸੁੰਦਰਤਾ ਵੀ ਹੋਵੇ। ਦੁਨੀਆ ਭਰ 'ਚੋਂ ਸੰਗਤਾਂ ਇੱਥੇ ਸ਼ਰਧਾ ਨਾਲ ਆਉਂਦੀਆਂ। ਉਹਨਾਂ ਦੀਆਂ ਲੋੜਾਂ ਨੂੰ ਮੁੱਖ ਰੱਖ ਕੇ ਅਸੀਂ ਉਹਨਾਂ ਥਾਵਾਂ 'ਤੇ ਹੀ ਅਸੀਂ ਤਰੱਕੀ ਕਰਾਂਗੇ, ਉਹਨਾਂ ਨੂੰ ਅਸੀਂ ਅੱਗੇ ਵਧਾਵਾਂਗੇ। ਇਹ ਗੱਲਾਂ ਕਰਨੀਆਂ ਮੇਰਾ ਖਿਆਲ ਹੈ ਕਿ ਸੋਭਾ ਨਹੀਂ ਦਿੰਦੀਆਂ। ਉਹ 100 ਕਾਰਡ ਜਥੇਬੰਦੀਆਂ ਹੁੰਦੀਆਂ, ਜਿਹੜੇ ਅਸਲੀ ਤੌਰ 'ਤੇ ਗੁਰਸਿੱਖ ਹੈ, ਉਹਨਾਂ ਦੇ ਮਨ 'ਚ ਸ਼ਰਧਾ ਰਹਿੰਦੀ ਹੈ ਕਿ ਵਧੀਆ ਪ੍ਰਬੰਧ ਹੋਣ, ਵਧੀਆ ਸਾਨੂੰ ਸਰਾਵਾਂ ਮਿਲਣ, ਵਧੀਆ ਸਾਨੂੰ ਉੱਥੇ ਰਿਹਾਇਸ਼ ਮਿਲੇ, ਵਧੀਆ ਸਾਡੀਆਂ ਲੋੜਾਂ ਪੂਰੀਆਂ ਹੋ ਸਕਣ, ਉੱਥੇ ਕੋਈ ਘਾਟ ਨਾ ਰਹਿ ਜੇ। ਸੋ ਮੈਂ ਸਮਝਦੀ ਹਾਂ ਕਿ ਉਹਨਾਂ ਨਾਲੋਂ ਜ਼ਿਆਦਾ ਚਿੰਤਾ ਸ਼੍ਰੋਮਣੀ ਕਮੇਟੀ ਦੇ ਇਹਨਾਂ ਅਧਿਕਾਰੀਆਂ ਦੀ, ਇਹਨਾਂ ਸਾਡੇ ਮੈਂਬਰ ਸਾਹਿਬਾਨਾਂ ਦੀ ਜ਼ਿੰਮੇਵਾਰੀ ਵੀ ਜਿੱਥੇ ਬਣਦੀ ਹੈ, ਉੱਥੇ ਅਸੀਂ ਜ਼ਿੰਮੇਵਾਰ ਸੰਸਥਾ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਵਾਸਤੇ ਆਪਣੀ ਡੈਡੀਕੇਸ਼ਨ ਨਾਲ ਸੇਵਾ ਕਰਦੇ ਹਾਂ। ਚਿੰਤਾ ਨਾ ਕਰਨ। ਜੇ ਉਹਨਾਂ ਨੂੰ ਆਪਣੇ ਘਰ ਦੀ ਚਿੰਤਾ ਹੈ ਤਾਂ ਸਾਨੂੰ ਵੀ ਗੁਰੂ ਰਾਮਦਾਸ ਦੇ ਘਰ ਦੀ ਚਿੰਤਾ ਹੈ। ਤੁਹਾਨੂੰ ਚਿੰਤਾ ਠੀਕ ਹੈ ਜੀ, ਮਗਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਕਰਮਚਾਰੀ ਨੇ, ਉਹਨਾਂ ਤੇ ਇਲਜ਼ਾਮ ਉਹ ਲਗਾ ਰਹੇ ਨੇ ਕਿ ਉਹਨਾਂ ਵੱਲੋਂ ਨਜਾਇਜ਼ ਉਸਾਰੀਆਂ ਕੀਤੀਆਂ ਜਾ ਰਹੀਆਂ ਨੇ। ਉਹਨਾਂ ਦੀ ਕਿਹੜੀਆਂ ਉਸਾਰੀਆਂ ਨਜਾਇਜ਼ ਕਰਤੀਆਂ ਜੀ? ਕਰ ਰਹੇ ਹੋਣਗੇ। ਨਹੀਂ, ਦੱਸੋ ਕਿਹੜੀਆਂ ਕੀਤੀਆਂ? ਐਵੇਂ ਕਹਿ ਦੇਣਾ ਕੋਈ ਫਾਇਦਾ? ਸਾਡੀ ਹਰ ਚੀਜ਼ ਜੋ ਬਣਦੀ ਹੈ, ਨਕਸ਼ਾ ਤਿਆਰ ਹੋ ਕੇ ਬਕਾਇਦਾ ਐਗਜ਼ੈਕਟਿਵ 'ਚ ਪਾਸ ਹੋ ਕੇ ਪ੍ਰਪੋਜ਼ਲ ਤਿਆਰ ਕਰਕੇ ਲੋਕਾਂ ਦੀ ਲੋੜ ਅਨੁਸਾਰ ਤਿਆਰ ਕੀਤੀ ਜਾਂਦੀ ਹੈ। ਅਧਿਕਾਰੀ ਕਿਉਂ ਕਰਨਗੇ ਜੀ? ਅਧਿਕਾਰੀ ਦੀ ਕੋਈ ਹਿੰਮਤ ਹੁੰਦੀ ਹੈ ਕਿ ਉਸ ਥਾਂ ਦੇ ਉੱਤੇ ਜੋ ਮਰਜ਼ੀ ਕਰੀ ਜਾਣਗੇ? ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਵਿੱਚ ਪਾਸ ਹੁੰਦਾ ਹੈ, ਉਹੀ ਕੁਝ ਕੀਤਾ ਜਾਂਦਾ। ਥੈਂਕ ਯੂ ਵੀਰ ਜੀ।